ਹੈਲੋ ਸਟੂਡੈਂਟਸ, ਅੱਜ ਦਾ ਆਪਣਾ ਟੌਪਿਕ ਹੈ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਨਾਮਕਰਨ। ਇਸ ਤੋਂ ਪਿਛਲੇ ਟੌਪਿਕ ਦੇ ਵਿੱਚ ਆਪਾਂ ਪੰਜਾਬੀ ਭਾਸ਼ਾ ਬਾਰੇ ਪੜ੍ਹਿਆ ਵੀ ਭਾਸ਼ਾ ਕੀ ਹੈ, ਕਿਸ ਤਰ੍ਹਾਂ ਉਹ ਹੋਂਦ ਵਿੱਚ ਆਈ ਹੈ ਤੇ ਉਹਦੇ ਰੂਪ ਕੀ ਨੇ। ਜਿਵੇਂ ਅਸੀਂ ਪੜ੍ਹਿਆ ਹੈ ਵੀ ਭਾਸ਼ਾ ਦੇ ਮੇਨ ਦੋ ਰੂਪ ਨੇ, ਆਪਾਂ ਬੋਲਚਾਲ ਦੀ ਬੋਲੀ ਰਾਹੀਂ, ਮੌਖਿਕ, ਉਸ ਤੋਂ ਬਾਅਦ ਅੱਗੇ ਆਪਾਂ ਰਾਜ ਭਾਸ਼ਾ, ਖੇਤਰੀ ਭਾਸ਼ਾ, ਰਾਸ਼ਟਰੀ ਭਾਸ਼ਾ ਤੇ ਅੰਤਰਰਾਸ਼ਟਰੀ ਭਾਸ਼ਾ। ਇਹ ਸਾਰਾ ਕੁਝ ਆਪਾਂ ਪਿਛਲੇ ਵਿਸ਼ੇ ਦੇ ਪਿਛਲੇ ਜਿਹੜੀ ਆਪਣੀ ਕਲਾਸ ਹੈ ਉਹਦੇ ਵਿੱਚ ਆਪਾਂ ਪੜ੍ਹ ਚੁੱਕੇ ਹਾਂ। ਇਸ ਕਲਾਸ ਦੇ ਵਿੱਚ, ਇਸ ਲੈਕਚਰ ਦੇ ਵਿੱਚ ਆਪਾਂ ਜਿਹੜਾ ਅੱਜ ਡਿਸਕਸ ਕਰਨਾ ਹੈ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਨਾਮਕਰਨ। ਮਤਲਬ ਕੀ ਹੈ, ਜਿਹੜਾ ਪੰਜਾਬੀ ਭਾਸ਼ਾ ਦਾ ਵਿਕਾਸ ਕਿਸ ਤਰ੍ਹਾਂ ਹੋਇਆ ਤੇ ਇਹ ਭਾਸ਼ਾ ਹੁਣ ਤੱਕ ਵਿਕਾਸ ਕਰਦੀ ਹੋਈ ਹੈ, ਜਿਹੜੀ ਅੱਜ ਦੇ ਸਮੇਂ ਦੀ ਅਜੋਕੀ ਸਥਿਤੀ ਹੈ ਜਿੱਥੇ ਆਪਾਂ ਖੜੇ ਹਾਂ ਐਟ ਪ੍ਰੈਜ਼ੈਂਟ, ਇੱਥੇ ਤੱਕ ਕਿਵੇਂ ਪਹੁੰਚੀ ਹੈ, ਉਹ ਸਾਰਾ ਕੁਝ ਅੱਜ ਆਪਾਂ ਡਿਸਕਸ ਕਰਨਾ ਹੈ। ਦੇਖੋ, ਜਿਹੜੀ ਪੰਜਾਬੀ ਭਾਸ਼ਾ ਹੈ ਇਹ ਅੱਜ ਦਾ ਰੂਪ ਹੈ ਜਿਹੜਾ, ਇਹ ਕੋਈ ਇਸ ਤਰ੍ਹਾਂ ਹੀ ਨਹੀਂ ਸੀ, ਇਹ ਹੌਲੀ ਹੌਲੀ ਡਿਵੈਲਪ ਹੋਈ ਹੈ। ਉਹ ਡਿਵੈਲਪ ਕਿਸ ਤਰ੍ਹਾਂ ਹੋਈ ਹੈ? ਦੇਖੋ, ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੈ ਵੀ ਜਿਹੜੀ ਭਾਰਤੀ ਪੰਜਾਬੀ ਭਾਸ਼ਾ ਹੈ ਉਹ ਭਾਰਤੀ ਆਰਿਆਈ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ। ਹੁਣ ਆਰਿਆਈ, ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਆਰੀਆ ਕੌਣ ਨੇ। ਦੇਖੋ, ਆਰੀਆ ਜਿਹੜੀ ਸਿੰਧੂ ਘਾਟੀ ਦੀ ਸਭਿਅਤਾ ਤੋਂ ਬਾਅਦ ਭਾਰਤ ਦੇ ਵਿੱਚ ਵਿਕਸਿਤ ਹੋਣ ਵਾਲੀ ਸੈਕਿੰਡ ਸਿਵਲਾਈਜੇਸ਼ਨ ਹੈ, ਉਹਨੂੰ ਕਹਿੰਦੇ ਆਪਾਂ ਆਰੀਆ ਸਭਿਅਤਾ, ਆਰੀਆ ਸਿਵਲਾਈਜੇਸ਼ਨ। ਇਸ ਤੋਂ ਪਹਿਲਾਂ ਇੰਡਸ ਵੈਦਿਕ ਸਿਵਲਾਈਜੇਸ਼ਨ। ਜਿਹੜੀ ਆਰੀਆ ਸਭਿਅਤਾ ਬੇਸਿਕਲੀ ਆਰੀਆ ਮੱਧ ਏਸ਼ੀਆ ਤੋਂ, ਸਰਟਨ ਏਸ਼ੀਆ ਤੋਂ ਡਿਫਰੈਂਟ ਪਾਰਟਸ ਦੇ ਵਿੱਚ ਸਪਰੈਡ ਹੋਏ ਨੇ, ਫੈਲੇ ਨੇ, ਤੇ ਉਹਨਾਂ ਦਾ ਜਿਹੜਾ ਇੱਕ ਪਾਰਟ ਹੈ ਉਹ ਇੰਡੀਆ ਦੇ ਵਿੱਚ ਆਉਂਦਾ ਹੈ। ਤੇ ਇੰਡੀਆ ਦੇ ਵਿੱਚ ਉਹ ਸਭ ਤੋਂ ਪਹਿਲਾਂ ਜਿਹੜਾ ਆਪਣਾ ਵਿਕਾਸ ਹੈ ਉਹ ਪੰਜਾਬ ਦੇ ਉੱਤੇ ਕਰਦੇ ਨੇ ਤੇ ਇੱਥੇ ਉਹ 4 ਮਹਾਨ ਗ੍ਰੰਥ ਰਚਦੇ ਨੇ। ਤੇ ਸਭ ਤੋਂ ਪਹਿਲਾਂ ਜਿਹੜਾ ਗ੍ਰੰਥ ਹੈ, ਸਭ ਤੋਂ ਪਹਿਲਾਂ ਜਿਹੜਾ ਗ੍ਰੰਥ ਦੇਖੋ ਉਹ ਹੈ ਰਿਗਵੇਦ। ਰਿਗਵੇਦ, ਜਿਹੜਾ ਰਿਗਵੇਦ ਹੈ, ਇਹ ਰਿਗਵੇਦ ਦੇ ਵਿੱਚ ਵੀ ਕੁਝ ਅੰਸ਼ ਪੰਜਾਬੀ ਦੇ ਮਿਲਦੇ ਨੇ, ਪਰ ਉਹ ਬਹੁਤ ਥੋੜ੍ਹੇ ਨੇ, ਨਾ ਮਾਤਰ ਹੈ। ਬੇਸਿਕਲੀ ਜ਼ਿਆਦਾਤਰ ਉਹਦੇ ਵਿੱਚ ਸੰਸਕ੍ਰਿਤੀ ਭਾਸ਼ਾ ਹੈ। ਹੁਣ ਜਿਹੜੀ ਆਪਣੀ ਪੰਜਾਬੀ ਭਾਸ਼ਾ ਹੈ ਉਹ ਭਾਰਤੀ ਆਰਿਆਈ ਭਾਸ਼ਾ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ। ਦੇਖੋ, ਸਭ ਤੋਂ ਪਹਿਲਾਂ ਵੈਦਿਕ ਭਾਸ਼ਾ, ਵੈਦਿਕ ਭਾਸ਼ਾ ਜਿਹੜੀ ਉਸ ਸਮੇਂ ਵੈਦਿਕ ਸਿਵਲਾਈਜੇਸ਼ਨ 'ਚ ਆਰੀਆ ਸਿਵਲਾਈਜੇਸ਼ਨ ਦੀ ਇੱਕ ਤਰ੍ਹਾਂ ਬੇਸ ਕਹਿ ਸਕਦੇ ਹਾਂ, ਜਿੱਥੋਂ ਸ਼ੁਰੂ ਹੁੰਦਾ, ਮੁੱਢ ਵੱਜਿਆ ਜਾਂਦਾ, ਉਹ ਵੈਦਿਕ ਭਾਸ਼ਾ। ਵੈਦਿਕ ਭਾਸ਼ਾ ਤੋਂ ਬਾਅਦ ਹੈ ਸੰਸਕ੍ਰਿਤ। ਹੁਣ ਜਿਹੜੀ ਸੰਸਕ੍ਰਿਤ ਹੈ, ਸੰਸਕ੍ਰਿਤ ਭਾਸ਼ਾ ਹੈ, ਕਿਉਂਕਿ ਇਹ ਹਰ ਇੱਕ ਜਿਹੜਾ ਆਪਣਾ ਕਹਿ ਲਓ ਸਮਾਜ ਦਾ ਵਿਅਕਤੀ ਹੈ, ਸਮਾਜ ਦੇ ਵਿੱਚ ਜਿੰਨੇ ਵੀ ਸ਼ਖਸ ਨੇ ਉਹ ਸਾਰੇ ਇਸ ਭਾਸ਼ਾ ਤੋਂ ਜਾਣੂ ਨਹੀਂ ਸੀਗੇ, ਕਿਉਂਕਿ ਮੇਨ ਹੈ ਜਿਹੜਾ ਉਸ ਸਮੇਂ ਆਪਣਾ ਸਮਾਜ ਹੈ ਉਹਨੂੰ ਆਪਾਂ 4 ਭਾਸ਼ਾ ਦੇਖਦੇ ਹਾਂ, ਝਾਗਰ ਭਾਗਾਂ ਦੇ ਵਿੱਚ ਵੰਡਿਆ ਹੁੰਦਾ ਹੈ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਠੀਕ ਹੈ, ਤੇ ਜਿਹੜੀ ਇਹ ਭਾਸ਼ਾ ਹੈ ਸੰਸਕ੍ਰਿਤ, ਇਹ ਖਾਸ ਤੌਰ ਤੇ ਉੱਚ ਵਰਗ ਦੇ ਨਾਲ ਸੰਬੰਧਿਤ ਭਾਸ਼ਾ ਸੀਗੀ। ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕੀ ਹੈ, ਸੰਸਕ੍ਰਿਤ ਭਾਸ਼ਾ ਨਾ ਤਾਂ ਬੋਲਣ ਦਾ ਅਧਿਕਾਰ ਸੀ ਤੇ ਨਾ ਹੀ ਸੁਣਨ ਦਾ ਅਧਿਕਾਰ ਸੀ। ਤਾਂ ਉਸ ਸਮੇਂ ਫਿਰ ਇੱਕ ਨਵੀਂ ਭਾਸ਼ਾ ਪ੍ਰਚਲਿਤ ਹੋਈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪ੍ਰਕਿਰਤ। ਪ੍ਰਕਿਰਤ, ਪ੍ਰਕਿਰਤ। ਹੁਣ ਜਿਹੜਾ ਪ੍ਰਕਿਰਤ ਹੈ, ਇਹ ਵਾਲਾ ਪ੍ਰਕਿਰਤ ਭਾਸ਼ਾ ਹੀ ਉਸ ਸਮੇਂ ਆਮ ਬੋਲਚਾਲ ਦੀ ਭਾਸ਼ਾ ਸੀਗੀ ਤੇ ਪ੍ਰਕਿਰਤ ਭਾਸ਼ਾ ਨੂੰ ਹੀ ਪਾਲੀ ਭਾਸ਼ਾ ਵੀ ਕਿਹਾ ਜਾਂਦਾ ਹੈ। ਹੁਣ ਪਾਲੀ ਭਾਸ਼ਾ ਕੀ ਹੈ? ਜਿਹੜੀ ਪਾਲੀ ਭਾਸ਼ਾ ਹੈ, ਬੁੱਧ ਧਰਮ ਦੇ ਦੌਰਾਨ ਜਿੰਨਾ ਵੀ ਸਾਹਿਤ ਹੈ, ਜਿੰਨਾ ਵੀ ਲਿਟਰੇਚਰ ਹੈ, ਉਹ ਸਾਰਾ ਇਸ ਭਾਸ਼ਾ ਦੇ ਵਿੱਚ ਲਿਖਿਆ ਗਿਆ। ਕਿਉਂਕਿ ਦੇਖੋ, ਜਿਹੜੀ ਸੰਸਕ੍ਰਿਤ ਹੈ ਇਹ ਉੱਚ ਵਰਗ ਦੇ ਨਾਲ ਰਿਲੇਟ ਕਰਦੀ ਸੀਗੀ ਇਹ ਭਾਸ਼ਾ, ਤੇ ਆਮ ਜਿਹੜੀ ਭਾਸ਼ਾ ਸੀਗੀ, ਆਮ ਲੋਕ, ਜਿਵੇਂ ਆਪਾਂ ਹੁਣ ਬੋਲ ਰਹੇ ਹਾਂ, ਆਪਾਂ ਪੰਜਾਬੀ 'ਚ ਗੱਲ ਕਰ ਰਹੇ ਹਾਂ, ਤਾਂ ਉਸ ਸਮੇਂ ਜਿਹੜੀ ਆਮ ਬੋਲੀ ਚਾਲ ਵਾਲੀ ਭਾਸ਼ਾ ਸੀ ਉਹ ਪ੍ਰਕਿਰਤ ਭਾਸ਼ਾ ਸੀ, ਤੇ ਪ੍ਰਕਿਰਤ ਹੀ ਪਾਲੀ ਭਾਸ਼ਾ ਸੀ, ਜਾਂ ਪ੍ਰਕਿਰਤ ਦਾ ਹੀ ਰੂਪ ਪਾਲੀ ਭਾਸ਼ਾ ਸੀ। ਇਹ ਸੀਗੀ ਇੱਥੇ ਤੱਕ। ਫਿਰ ਪਾਲੀ ਭਾਸ਼ਾ ਕੀ ਹੋਇਆ, ਹੌਲੀ ਹੌਲੀ ਫਿਰ ਇਸ ਤੋਂ ਬਾਅਦ ਅਪਭ੍ਰੰਸ਼ ਆਏ।
अपभ्रंश की हुंदा? अपभ्रंश है जिहड़ा बेसिकली आपां अपभ्रंश नूं विगड़िया होया रूप भी कह दिंदे आ। विगड़िया होया रूप, इनू आपां अपभ्रंश कह दिंदे आ। यह है अपभ्रंश भी जिहड़ी उस समय अपनी वैदिक लिटरेचर है, अपना वैदिक पीरियड है जिहड़ा, उस भाषा दे विच जिहड़ी भाषा सीगी आम बोलचाल दी प्रकृत भाषा सी। प्रकृत भाषा तो बाद जिहड़ी नवीं भाषा ने जन्म लिया वो है अपभ्रंश, जिन्हों आपां बिगड़िया होया रूप कह दिंदे आ। अपभ्रंश दे 4 रूप सीगे, महाराष्ट्री, मगधी, सोरशेनी ते पैसाची। देखो दोबारा रिपीट करदा, महाराष्ट्री, मगधी, सोरशेनी ते पैसाची, ये जिहड़े 4 रूप सीगे यह अपभ्रंश सीगे। अपभ्रंश का बेसिकली अर्थ की है? विगड़िया होया। ते जिहड़ी उस समय दी कह लो उच्च वर्ग की भाषा सी वो सीगी संस्कृत। ठीक है, उस तो बाद अपभ्रंशां दा दौर आ गया। अपभ्रंश दे विच महाराष्ट्री, मगधी, सोरशेनी ते पैसाची, जिहड़ी ये भाषा है ना सोरशेनी ये वाली ते नाल है ये वाली, जिन्हों आपां कह रहे हैं पैसाची। सोरशेनी तो ही एक नवी भाषा ने जन्म लिया जिहदा नाम है कैकई, ते पैसाची तो एक नवी भाषा ने जन्म लिया टक्की। टक्की पैसाची तो उत्पन्न हुई है, सोरशेनी तो उत्पन्न हुई है कैकई। ते इन्हां दोहां दे मेल तो जिहड़ी नवी भाषा बनती है वो बनी है पंजाबी। देखो सोरशेनी ते पैसाची ये दोनों अपभ्रंश ने। अगे इन्हां तो अपभ्रंश मतलब तुहानूं पहले ही दस्सिया विगड़िया होया रूप, पर जदों ये दोनों नूं व्याकरण बंद कर दिता गया, व्याकरण बंद मतलब की है, इन्हां नूं नियमां दे तहत ले आंदा गया, इन्हां दे विच नवे नवे नियम बनाए जान लगे, तो ये दोनों रूप हैं जिहड़े ये आम लोगों तो दूर हो गए ते एक नवे रूप ने जन्म लिया कैकई, ते इधरों नवे रूप ने जन्म लिया टक्की। ठीक है, यह भाषा आम लोगों तो दूर हो गई। जिस तरह संस्कृत क्योंकि उच्च वर्ग की भाषा सीगी, यह आम लोगों तो दूर सी। सेम इसी तरह सोरशेनी ते पैसाची हैं जिहड़ियां यह व्याकरण बंद हो गई जदों इन्हां दा नूं नियमां दे तहत लिआंदा गया, नियम इन्हां दे विच बनाए गए, तो यह वख हो गई आम लोगों तो। ते नवे रूप जन्म लिया कैकई ते टक्की। फिर इन्हां दोहां तो हौली हौली करती हुई पंजाबी भाषा उत्पन्न हुई है। पंजाबी भाषा जिहड़ी वो इस तरह बनी है। देखो इत्थे तक समझ आ गया सारे स्टूडेंट्स को, मैं आस करदा कि समझ आ गया होगा। देखो सब तो पहला भारती आर्याई भाषा, ठीक है, उहदे विच वैदिक भाषा, ठीक है, वैदिक भाषा जिहड़ी उस समय बोली जाती सी। फिर हौली हौली संस्कृत भाषा डिवेलप हुई, पर यह उच्च वर्ग की भाषा, आ देखो उच्च वर्ग दी भाषा। संस्कृत क्योंकि आम लोगों की भाषा नहीं सीगी, यह समाज के उच्चे वर्ग के नाल ही रिलेट करती सी। इसी करके फिर नवी भाषा का जन्म होया प्राकृत या पाली। पाली भाषा जिहड़ी आम लोगों की भाषा सीगी, ते इसी भाषा दे विच ही बुद्ध धर्म का सारा लिटरेचर इस दे विच लिखिया गया। पर फिर अपभ्रंशां का दौर आया। अपभ्रंश मतलब आपां करिया विगड़िया होया रूप। दिन 4 महाराष्ट्री, मगधी, सोरशेनी ते पैसाची। फिर जदों यह दोनों व्याकरण बंद हो गए, पैसाची ते सोरशेनी, तो 2 नवे रूपों ने जन्म लिया कैकई ते टक्की। उन्हां दोहां दे मेल तो एक नवी भाषा उत्पन्न होंदी है जिन्हों कहा जाता है पंजाबी। इस तरह जिहड़ी पंजाबी भाषा है वो इन्ने दौर तो इन्ने समय तो बाद इत्थे तक पहुंची है। किन्ने देखो रूपों के शुरू हुई,
कई बारी प्रश्न बन जाता है भी पंजाबी भाषा किस अपभ्रंश तो उत्पन्न हुई है, तो आपां ने उत्थे जवाब देना है सोरशनी या पिसाची। कई बारी जे दोनों इकट्ठे आ जाण तो बेसिक उत्तर ये बनता है, क्योंकि सोरशनी का जिहड़ा पार्ट है वो ज़्यादा है, पर जे ना आवे इन्हां दे विचों कोई एक आ जाए तो जिहड़ा इन्हां दोहां चों आएगा वो उत्तर होएगा, चाहे पिसाची आ जाए चाहे सोरशनी आ जाए। बेसिकली ज़्यादातर ये ऑप्शन दे विच हुंदा है सोरशनी। ऑप्शन प्रश्न सीधा पूछा जाता है भी पंजाबी भाषा किस अपभ्रंश तो पैदा हुई, तो उत्तर आता है सोरशनी। या कई बार एग्जामिनर की करता है वह ये अपभ्रंश नहीं दिंदा हैगा, वो इन्हां चों ऑप्शन दे दिंदा है, आ दो दे दूगा, कोई एक होर ऑप्शन दे दूगा, जिक के कई दे दूगा या टक्की दे दूगा, तो उत्तर इन्हां दे विच होऊगा कि कई होऊगा या टक्की होऊगा। जे यह नहीं होऊगा, क्योंकि ये चारों ऑप्शन कदे भी इकट्ठे नहीं दे सकता एग्जामिनर, ठीक है। इन्हां दे मेल तो बनी है पंजाबी भाषा। हुण देखो आपां इत्थे तक पंजाबी भाषा दे विकास बारे पढ़ चुके हैं भी पंजाबी भाषा किस तरह जिहड़ी ओह होंद विच आई। बेसिकली पंजाबी भाषा अपभ्रंशां तो बनी है, आपां सारा कुछ हुण डिस्कस करके हटे। हुण देखो जिहड़ा पंजाबी भाषा दा अज दा रूप है एट प्रेजेंट, जिहड़ी भाषा पंजाबी आपां पढ़ रहे हैं, जिहड़ी आपां गलबात कर रहे हैं, डिस्कस कर रहे हैं, किताबां विच पढ़ रहे हैं या न्यूज़पेपर च पढ़ रहे हैं, मैगजीन च पढ़ रहे हैं, किते भी पढ़ रहे हैं, वो जिहड़ा रूप है पहले इस तरह का रूप नहीं सी। पंजाबी भाषा ने हौली हौली विकास किया, जिवें हुण आपां ने पढ़िया भी किस तरह भारतीय आर्याई परिवार तो जिहड़ी पंजाबी भाषा उत्पन्न हुई है तो हौली हौली इत्थे तक पहुंची है। इसी तरह ना पंजाबी भाषा जिहड़ी पंजाबी भाषा के जिहड़े पहले चिन्ह मिलते हैं, जिस दे विच कुछ मात्रा विच या कुछ अर्थां विच पंजाबी भाषा जिहड़ी एक्चुअली मिलती है, ठीक है। जिवें मैं तुहानूं पहलां दस्सिया भी ऋग्वेद है, ऋग्वेद विच कुछ अंश मिलते हैं पर वो बहुत थोड़े ने। हुण एक अपने कोल होए ने नाथा जोगी, नाथ जोगी, देखो ये जिहड़े नाथ जोगियां दा टाइम पीरियड है ना, ये कोई 7वीं सदी तो शुरू हो जाता है, 7वीं सदी तो लैके कोई यह 8वीं 9वीं सदी तक चलता है। बेसिकली ये कोई 250-300 साल का समय है। ये देखो जेड़े आते हैं जिमें गोरखनाथ, देखो गोरखनाथ, गोरखनाथ, चरपटनाथ, चौरंगीनाथ, चौरंगीनाथ, ते इस तरह कई होर नाथ आते हैं। गोरखनाथ है जिहड़ा ये पंजाब दे विच एक इस नाम तो काफ़ी ज़्यादा जिहड़ी जनता है वो वाकफ है। गोरखनाथ देखो जिहड़े ये नाथां दा टाइम पीरियड है, जिहड़ी इन्हां दी रचना है, इस रचना दे विच पंजाबी दे कुछ ना कुछ अंश ने जिहड़े वो मिलते हैं, जिथों आपां पंजाबी दी शुरुआत कह सकते हैं लिटरेचर दे विच। वो इन्हां समय तो शुरू हुंदा है नाथ जोगी, नाथां जोगियां दा जिहड़ा टाइम पीरियड है तुहानूं दस्सिया 7वीं तो लैके 8वीं 9वीं सदी तक मन्निया जाता है। उस तो बाद पंजाबी दे विच एक्चुअली पंजाबी दी शुरुआत कित्थों हुंदी है भी पंजाबी सही अर्थां वाली पंजाबी किवें है। देखो फिर 13वीं सदी दे विच 13वीं सदी दे विच बाबा फरीद जी का नाम आउंदा है। बाबा
फरीद ਜਾਂ शेख फरीद भी ਆਪਾਂ ਇਹਨਾਂ ਨੂੰ ਕਹਿ ਦਿੰਦੇ ਆ। ਜਿਹੜੇ ਇਹ ਨੇ ਨਾ ਬਾਬਾ फरीद शेख फरीद साहब, ਇਹ ਪੰਜਾਬੀ ਭਾਸ਼ਾ ਦੇ ਇੱਕ ਤਰ੍ਹਾਂ ਆਪਾਂ ਇਹਨਾਂ ਨੂੰ ਪਿਤਾਮਾ ਕਹਿ ਸਕਦੇ ਹਾਂ, ਪੰਜਾਬੀ ਭਾਸ਼ਾ ਦੇ ਫਾਦਰ ਕਹਿ ਸਕਦੇ ਹਾਂ, ਫਾਦਰ ਆਫ ਪੰਜਾਬੀ। ਉਹ ਕੌਣ ਨੇ? ਬਾਬਾ फरीद जी, फादर ऑफ पंजाबी। क्यों ਆਪਾਂ ਇਹਨਾਂ ਨੂੰ फादर ऑफ पंजाबी ਕਹਿ ਦਿੰਦੇ ਹਾਂ? ਜਿਹੜੀ ਭਾਸ਼ਾ ਅੱਜ ਆਪਾਂ ਬੋਲ ਰਹੇ ਹਾਂ, ਸੁਣ ਰਹੇ ਹਾਂ, ਉਹ ਇਹਨਾਂ ਦੀ ਰਚਨਾ ਦੇ ਵਿੱਚ ਆਉਂਦੀ ਹੈ। ਬਾਬਾ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹੈ। ਬਾਬਾ ਫਰੀਦ ਤੋਂ ਹੀ ਪੰਜਾਬੀ ਦਾ ਜਿਹੜਾ ਅਸਲੀ ਮੁੱਢ ਹੈ ਨਾ, ਉਹ ਵੱਜਣਾ ਸ਼ੁਰੂ ਹੁੰਦਾ ਹੈ। ਪੰਜਾਬੀ ਭਾਸ਼ਾ ਦੀ ਜਿਹੜਾ ਸ਼ੁਰੂਆਤ ਹੈ ਉਹ ਇਹਨਾਂ ਤੋਂ ਹੁੰਦੀ ਹੈ ਸਹੀ ਅਰਥਾਂ ਦੇ ਵਿੱਚ, ਜਿਹੜੀ ਪੰਜਾਬੀ ਆਪਾਂ ਅੱਜ ਪੜ੍ਹ ਰਹੇ ਹਾਂ। ਫਿਰ ਉਸ ਤੋਂ ਬਾਅਦ ਟਾਈਮ ਆਉਂਦਾ ਹੈ ਗੁਰੂ ਕਾਲ। ਗੁਰੂ ਕਾਲ ਦੇ ਵਿੱਚ ਦੇਖੋ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਸਾਹਿਬ ਨੇ ਸਿੱਖ ਧਰਮ ਦੇ ਵਿੱਚ। ਦੇਖੋ ਗੁਰੂ ਨਾਨਕ ਦੇਵ ਜੀ ਦੀ ਜਿੰਨੀ ਵੀ ਰਚਨਾ, ਦੇਖੋ ਗੁਰੂ ਨਾਨਕ ਦੇਵ ਜੀ ਨੇ ਆਪਣੇ ਜਿਹੜਾ ਟਾਈਮ ਪੀਰੀਅਡ, ਆਪਣੀ ਜ਼ਿੰਦਗੀ ਦਾ ਟਾਈਮ ਪੀਰੀਅਡ ਦੇਖੋ, ਪਹਿਲਾਂ ਤਾਂ 1469 ਦੇ ਵਿੱਚ ਉਹਨਾਂ ਦਾ ਬਰਥ ਹੋਇਆ ਤੇ 1539 ਦੇ ਵਿੱਚ ਗੁਰੂ ਸਾਹਿਬ ਜੋਤੀ ਜੋਤ ਸਮਾਉਂਦੇ ਨੇ। ਪਰ 1499 ਇੱਥੇ ਤੋਂ ਲੈ ਕੇ ਇਹ ਇੱਥੇ ਤੱਕ 1521, ਠੀਕ ਹੈ, ਜਿਹੜਾ ਇਹ ਟਾਈਮ ਪੀਰੀਅਡ ਹੈ ਨਾ, ਇਹ ਵਾਲਾ, ਇਸ ਟਾਈਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਵੱਖ-ਵੱਖ ਥਾਵਾਂ ਦੀਆਂ ਯਾਤਰਾਵਾਂ ਕੀਤੀਆਂ ਨੇ, ਜਿਨ੍ਹਾਂ ਨੂੰ ਆਪਾਂ ਉਦਾਸੀਆਂ ਕਹਿੰਦੇ ਹਾਂ। ਇਹਨਾਂ ਉਦਾਸੀਆਂ ਦੇ ਦੌਰਾਨ ਗੁਰੂ ਸਾਹਿਬ ਨੇ ਕਾਫੀ ਰਚਨਾ ਜਿਹੜੀ ਰਚੀ ਹੈ। ਗੁਰਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹੈ, ਉਹ ਮੋਸਟਲੀ ਜਿਹੜੀ ਗੁਰਬਾਣੀ ਹੈ ਨਾ, ਉਹ ਕਿਸ ਭਾਸ਼ਾ ਦੇ ਵਿੱਚ ਲਿਖੀ ਗਈ ਹੈ? ਇਸ ਭਾਸ਼ਾ ਦੇ ਵਿੱਚ, ਪੰਜਾਬੀ ਦੇ ਵਿੱਚ। ਆਹ ਜਿਹੜੀ ਭਾਸ਼ਾ ਹੈ ਨਾ, ਆਹ ਵਾਲੀ ਪੰਜਾਬੀ, ਇਸ ਭਾਸ਼ਾ ਦੇ ਵਿੱਚ ਲਿਖੀ ਗਈ ਹੈ ਪੰਜਾਬੀ। ਇਸ ਤਰ੍ਹਾਂ ਪੰਜਾਬੀ ਭਾਸ਼ਾ ਜਿਹੜੀ ਉਹ ਹੌਲੀ ਹੌਲੀ ਆਪਣੇ ਰੂਪ ਦੇ ਵਿੱਚ ਆ ਰਹੀ ਹੈ। ਹੁਣ ਉਸ ਤੋਂ ਬਾਅਦ ਦੇਖੋ ਜਿਹੜਾ ਪੰਜਾਬੀ ਭਾਸ਼ਾ ਦਾ ਨਾਮਕਰਨ, ਵੀ ਇਹਦਾ ਨਾਮ ਪੰਜਾਬੀ ਹੀ ਕਿਉਂ ਹੈ, ਕੋਈ ਹੋਰ ਨਾਮ ਕਿਉਂ ਨਹੀਂ? ਉਹਦੇ ਕਈ ਕਾਰਨ ਨੇ। ਦੇਖੋ ਸਭ ਤੋਂ ਪਹਿਲਾਂ ਤਾਂ ਕਿਸੇ ਵੀ ਚੀਜ਼ ਦਾ ਨਾ ਕੋਈ ਕਾਰਨ ਹੁੰਦਾ। ਜਿਵੇਂ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਵੀ ਦੇਖਦੇ ਹਾਂ ਨਾ, ਜਦੋਂ ਆਪਣੇ ਪੇਰੈਂਟਸ ਆਪਣਾ ਨਾਮ ਰੱਖਦੇ ਸੀਗੇ ਤਾਂ ਉਹ ਪਹਿਲਾਂ ਮੀਨਿੰਗ ਦੇਖਦੇ ਸੀ ਵੀ ਇਸ ਐਕਚੁਅਲੀ ਨਾਮ ਦਾ ਮੀਨਿੰਗ ਕੀ ਹੈ। ਜੇ ਮੀਨਿੰਗ ਸਹੀ ਹੈ ਤਾਂ ਆਪਾਂ ਇਹ ਨਾਮ ਰੱਖਦੇ ਹਾਂ, ਜੇ ਮੀਨਿੰਗ ਸਹੀ ਨਹੀਂ ਹੈਗਾ ਤਾਂ ਆਪਾਂ ਇਹ ਨਾਮ ਨਹੀਂ ਰੱਖਦੇ। ਇਸੇ ਤਰ੍ਹਾਂ ਜਿਹੜੀ ਪੰਜਾਬੀ ਹੈ ਨਾ, ਉਹ ਵੀ ਇਸੇ ਆਧਾਰ ਦੇ ਉੱਤੇ ਇਹਦਾ ਨਾਮ ਪੰਜਾਬੀ ਪਿਆ। ਪੰਜਾਬੀ ਨਾਮ ਕਿਵੇਂ ਪਿਆ? ਪੰਜਾਬੀ ਭਾਸ਼ਾ ਹੈ ਨਾ, ਜਿਹੜਾ ਪੰਜਾਬੀ ਸ਼ਬਦ ਆਹ ਵਾਲਾ ਪੰਜਾਬੀ, ਇਹ ਜਿਹੜਾ ਸ਼ਬਦ ਹੈ ਨਾ, ਬੇਸਿਕਲੀ ਫਾਰਸੀ ਭਾਸ਼ਾ ਦਾ ਸ਼ਬਦ ਹੈ। ਪੰਜਾਬੀ ਜਿਹੜਾ ਸ਼ਬਦ ਹੈ ਉਹ ਫਾਰਸੀ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ। ਹੁਣ ਇਹਦਾ ਮਤਲਬ ਕੀ ਹੈ? 5 + ਆਬ, 5 + ਆਬ। 5 ਦਾ ਮਤਲਬ ਤਾਂ ਕਲੀਅਰ ਹੈ। 5 ਆਬ ਦਾ ਮਤਲਬ ਕੀ ਹੁੰਦਾ ਹੈ? ਪਾਣੀ। ਫਾਰਸੀ ਭਾਸ਼ਾ ਦੇ ਵਿੱਚ ਆਬ ਪਾਣੀ ਨੂੰ ਕਿਹਾ ਜਾਂਦਾ। ਪਾਣੀ ਦੇ ਲਈ ਫਾਰਸੀ ਭਾਸ਼ਾ ਦੇ ਵਿੱਚ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਨਾ, ਉਹ ਆਬ ਸ਼ਬਦ ਵਰਤਿਆ ਜਾਂਦਾ ਹੈ। ਇਸ ਕਰਕੇ 5 + ਆਬ ਮਤਲਬ ਪੰਜਾਬੀ। ਹੁਣ ਪੰਜਾਬੀ 5 + ਆਬ ਕਿਹੜੇ ਨੇ?
देखो उस समय पंजाब है ना जिहड़ा वो 5 दरियावां की धरती सी। देखो 5 दरिया किहड़े ने? सतलुज, व्यास, रावी, चेनाब ते जेहलम। ਜਿਹੜੇ ਇਹ 5 ਦਰਿਆ ਨੇ ਨਾ, ਇਹਨਾਂ 5 ਦਰਿਆ ਨੂੰ ਹੀ ਕਿਹਾ ਜਾਂਦਾ ਹੈ 5 ਪਾਣੀਆਂ ਦੀ ਧਰਤੀ। ਮਤਲਬ ਕੀ ਹੈ? ਦਰਿਆ ਸਤਲੁਜ ਤੋਂ ਲੈ ਕੇ ਦਰਿਆ ਜੇਹਲਮ ਤੱਕ, ਠੀਕ ਹੈ, ਜਾਂ ਕਹਿ ਸਕਦੇ ਹੋ ਵੀ ਆਹ 5 ਦਰਿਆ ਸਤਲੁਜ, ਵਿਆਸ, ਰਾਵੀ, ਚਨਾਬ ਤੇ ਜੇਹਲਮ, ਜਿਹੜੀ ਧਰਤੀ ਦੇ ਉੱਤੇ ਸ਼ਬਦ ਵਰਤੇ ਜਾਂਦੇ ਸੀ ਉਸ ਸ਼ਬਦ ਨੂੰ, ਉਸ ਜਿਹੜੀ ਧਰਤੀ ਦੇ ਉੱਤੇ 5 ਪਾਣੀ ਵਗਦੇ ਸੀ, 5 ਦਰਿਆ ਵਰਤਦੇ ਸੀ, ਉਹਨੂੰ ਕਿਹਾ ਜਾਂਦਾ ਸੀ ਪੰਜਾਬ। ਪੰਜਾਬ 5 + ਆਬ, 5 + ਆਬ, ਤੇ ਇੱਥੇ ਜਿਹੜੀ ਭਾਸ਼ਾ ਬੋਲੀ ਜਾਂਦੀ ਸੀ ਉਹ ਬਣ ਗਈ ਪੰਜਾਬੀ। इस तरह जिहड़ा इहदा नाम पिया। पर फिर की होया 1947 1947 ਦੇ ਵਿੱਚ अपना पार्टीशन हो जाता है। पंजाबी भाषा ਨੂੰ इस दे नाल बहुत ज़्यादा प्रभाव पैंदा। क्यों प्रभाव पैंदा? देखो पहला ही दस्सिया भी जिहड़ी पंजाबी भाषा है ਉਹਦਾ ਜਿਹੜਾ ਵਿਕਾਸ ਹੈ ਉਹ ਆਪਣੇ ਸਾਂਝੇ ਪੰਜਾਬ ਦੇ ਉੱਤੇ ਹੋਇਆ, ਤੇ ਪੰਜਾਬੀ ਭਾਸ਼ਾ ਪੰਜਾਬ ਸ਼ਬਦ ਤੋਂ ਬਣੀ ਹੈ, ਤੇ ਪੰਜਾਬ ਸ਼ਬਦ ਇਹ 5 ਦਰਿਆਵਾਂ ਤੋਂ ਬਣਿਆ। 1947 ਦੇ ਵਿੱਚ ਵੰਡ ਹੋਣ ਦੇ ਨਾਲ ਕੀ ਹੁੰਦਾ, ਜਿਹੜਾ ਇਹ ਸਤਲੁਜ ਤੇ ਬਿਆਸ, ਇਹ 2 ਦਰਿਆ ਤਾਂ ਪੂਰਨ ਤੌਰ ਤੇ ਆਪਣੇ ਇੰਡੀਆ ਦੇ ਵਿੱਚ ਆ ਜਾਂਦੇ ਨੇ, ਤੇ ਰਾਵੀ ਦਾ ਕੁਝ ਕੁ ਹਿੱਸਾ ਆਪਾਂ 30% ਕਹਿ ਸਕਦੇ ਹਾਂ। 30% ਹਿੱਸਾ ਜਿਹੜਾ ਰਾਵੀ ਦਾ ਉਹ ਇੰਡੀਆ ਦੇ ਵਿੱਚ ਆ ਜਾਂਦਾ ਹੈ, ਤੇ ਬਾਕੀ 70% ਹਿੱਸਾ ਪਲੱਸ ਚਨਾਬ ਤੇ ਜੇਹਲਮ ਇਹ ਪਾਕਿਸਤਾਨ ਦੇ ਵਿੱਚ ਚਲੇ ਜਾਂਦੇ ਨੇ, ਤੇ ਇੱਕ ਨਵਾਂ ਮੁਲਕ ਬਣ ਜਾਂਦਾ ਹੈ ਪਾਕਿਸਤਾਨ। ਇਹਦਾ ਜਿਹੜਾ ਇੰਪੈਕਟ ਹੈ ਸਭ ਤੋਂ ਜ਼ਿਆਦਾ ਪੰਜਾਬੀ ਭਾਸ਼ਾ ਦੇ ਉੱਤੇ ਪੈਂਦਾ। क्यों पैंदा? देखो पंजाबी भाषा पंजाब दे विच बोली जाती है, पंजाब दे विच जन्मी है। इस तो बाद जिहड़ा पंजाबी भाषा 2 भागां दे विच वंडी जाती है, एक आपां चढ़दा पंजाब कह दिंदे, एक लਹਿੰਦਾ पंजाब कह दिंदे। पाकिस्तान दे लई लਹਿੰਦਾ पंजाब शब्द वरतिया जाता है, ते जिहड़ा अपना इंडिया दे विच जिहड़ा पंजाब आ उहनूं आपां चढ़दा पंजाब कह दिंदे। फिर देखो हुण जिहड़ी अपना पंजाबी बोलदे आ उरे इंडिया दे विच, उहदे लिए लिपि यूज़ की जाती है गुरमुखी, ते जिहड़ी पंजाबी पाकिस्तान दे विच वरती जाती है उहदे लिए लिपि यूज़ की जाती है शाहमुखी। देखो पंजाबी ही पंजाब दे विच तां आ लिपि दे तहत लिखी जाती है गुरमुखी, ते पाकिस्तान दे विच दिस शाहमुखी। उहदा इंपैक्ट की है पंजाबी भाषा दे डिवेलपमेंट दे उत्ते पिया, ठीक है। इस तरह जिहड़ी पंजाबी भाषा इत्थे तक पहुंची है। पर जिहड़ा गुरमुखी है, कई बार एग्जामिनर प्रश्न पूछ लैंदा है गुरमुखी लिपि नूं नवीन रूप किसने दिता? गुरमुखी लिपि नूं नवीन रूप किसने दिता? तो उत्तर आएगा गुरु अंगद देव जी। अंगद देव जी, देखो एक गुरु अंगद देव जी सिख धर्म दे विच सैकेंड गुरु ने। इन्हां ने ही गुरमुखी लिपि नूं जिहड़ा अजोका रूप है ना, वो गुरु अंगद देव जी के यत्नां सदका मिलिया।
देखो गुरमुखी लिपि दे लई ਜਾਂ ਪੰਜਾਬੀ ਭਾਸ਼ਾ ਦੇ ਲਈ ਇੱਕ ਆਪਾਂ ਹੋਰ ਅੱਖਰ ਵਰਤਦੇ ਹਾਂ ਜਿਹਨੂੰ ਆਪਾਂ ਕਹਿੰਦੇ ਆ 35 ਅੱਖਰੀ 35 ਅੱਖਰੀ 35 ਅੱਖਰੀ ਹੀ ਕਿਉਂ ਕਿਉਂਕਿ ਦੇਖੋ ਊੜੇ ਤੋਂ ਲੈ ਕੇ ਨਾ ਰਾੜੇ ਤੱਕ ਆ ਵਾਲੇ ਜਿਹੜੇ ਅੱਖਰ ਨੇ ਨਾ ਉਹ 35 ਅੱਖਰ ਨੇ ਤੇ 35 प्लस 6 टोटल हो गए 41 6 अखर किहड़े ने जिवें सस्से पैर बिंदी शा बोले खखे पैर बिंदी खा बोले गगे पैर बिंदी गा बोले जजे पैर बिंदी जा बोले लल्ले पैर बिंदी ला बोले इस तरह टोटल बन गए 41 ठीक है। किस तरह पंजाबी भाषा का विकास होया किस तरह गुरमुखी लिपि का विकास होया पाकिस्तान विच पंजाबी भाषा लई किहड़ी लिपि वरती जाती है ये सारा कुछ आपां अज डिस्कस करिया। हुण आपां थोड़े जे फैक्ट होर डिस्कस करते हैं। देखो हुण जदों पंजाबी भाषा बन गई पंजाबी भाषा हौली हौली अपना विकास कर रही है पर सेम टाइम 1947 की पार्टीशन ने इनू दूरी मार मारी दो भागों के विच वंड दिता कि एक पाकिस्तान ते दूजा इंडिया दे विच ठीक है। इस दे नाल की है पाकिस्तान के विकास विच जिहड़ी थोड़ी खड़ोत आई है पर समय दे नाल वो विकास हौली हौली जारी है ते भाई वीर सिंह वर्गे कवियां ने इहदे विकास दे विच इंपॉर्टेंट रोल प्ले किया ठीक है। हुण दो चार प्रश्न जिहड़े सीधे डायरैक्ट भाषा दे नाल रिलेट करदे पेपर दे विच पुछ ले जाते हैं। कई बारी प्रश्न पूछ लिया जाता है भी अपने कॉन्स्टिट्यूशन दे विच इंडियन कॉन्स्टिट्यूशन दे विच संविधान दे नाल रिलेट करता किहड़ा शेड्यूल है या किहड़ी अनुसूची है जिस दे विच भाषावां दा जिक्र किया जाता है तो उत्तर आएगा 7th शेड्यूल 7वीं अनुसूची 7वीं अनुसूची दे विच भाषावां दा जिक्र। हुण 7वीं अनुसूची है जदों इंडियन कॉन्स्टिट्यूशन बनिया सी ना कदों कॉन्स्टिट्यूशन बनिया सी अपना देखो बनिया तो वैसे इस डेट नूं सीगा 26 नवंबर 1949 पर लागू कदों होया 26 जैन 1950 1950 दे विच लागू होया। उस समय इस समय जदों अपना कॉन्स्टिट्यूशन बनिया तो ये 7 शेड्यूल दे विच कितनियां लैंग्वेज सीगियां 14 भाषावां सीगियां पर एट प्रेजेंट कितनियां ने 22। जदों कॉन्स्टिट्यूशन बनिया उदों 14 भाषावां सीगियां इस समय इस 7 शेड्यूल दे विच 22 भाषावां ने जिन्हां दे विचों एक पंजाबी है। ये कुछ सीगा अज पंजाबी भाषा का विकास पंजाबी भाषा का नामकरण किस तरह भाषा का विकास होया पंजाबी किस तरह उरे तक पहुँची किस तरह इहदा नाम पंजाबी रखा गया किस तरह आपां इत्थे तक पहुँचे हैं आ सारा कुछ सीगा। मैनू उम्मीद है कि तुहानू ये जिहड़ा टॉपिक है वो चंगी तरह समझ आ गया होएगा। ओके बाय बाय बेटा।